ਇਕ ਓੰਕਾਰ ਸ੍ਰੀ ਵਾਹਿਗੁਰੂ ਤੇਰਾ ਸ਼ੁਕਰ ਹੈ। ਇਕ ਓੰਕਾਰ ਸ੍ਰੀ ਵਾਹਿਗੁਰੂ ਤੇਰਾ ਸ਼ੁਕਰ ਹੈ। ਇਕ ਓੰਕਾਰ ਸ੍ਰੀ ਵਾਹਿਗੁਰੂ ਤੇਰਾ ਸ਼ੁਕਰ ਹੈ। ਰਾਗ ਸੋਰਠੀ ਬਾਣੀ ਭਗਤ ਕਬੀਰ ਜੀ ਕੀ। ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। वेद पुराण सभै मत सुन करी कर्म की आशा। काल ग्रस्त सब लोग सियाणे उठ पंडित पै चले निराशा। मन रे सरयू न इक काजा भजियो ना रघुपत राजा। रहाओ बन खंड जाए जोग तप कीनो। कंद मूल चुन खाया नादी बेदी सबदी मोनी। जम कह पटैल खाया भगत नारदी हृदय न आई। काच कूच तन दीना राग रागनी डिंब होए बैठा। उन हर पै क्या लीना परयो काल सब जग ऊपर। माहे लिखे परम ज्ञानी कहो कबीर जन पहे खालसे। प्रेम भगत जह जानी परयो काल सबै जग ऊपर। माहे लिखे परम ज्ञानी कहो कबीर जन पै खालसे। प्रेम भगत जह जानी। सतनाम श्री वाहिगुरु। श्री वाहिगुरु जी का खालसा श्री वाहिगुरु जी की फतेह। राग सोरठ ਦੇ ਅੰਦਰ ਕਬੀਰ ਸਾਹਿਬ ਜੀ ਦੀ ਬਾਣੀ ਦਾ ਇਹ ਤੀਸਰਾ ਸ਼ਬਦ ਹੈ। ਪਹਿਲੇ ਦੋ ਸ਼ਬਦਾਂ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਜੀਆਂ ਨੇ ਹਿੰਦੂ ਮੁਸਲਮਾਨਾਂ ਮਤ ਦੇ ਅਨੁਸਾਰ ਆਪਣੀ ਆਪਣੀ ਪ੍ਰਕਾਰ ਪੂਜਾ ਕਰਨ ਤੋਂ ਸੰਸਾਰ ਤੋਂ ਚਲੇ ਜਾਣਾ, ਪਰਮਾਤਮਾ ਦਾ ਭੇਦ ਨਾ ਲੱਭ ਸਕਣਾ, ਰਾਮ ਨਾਮ ਤੋਂ ਬਿਨਾਂ ਖੁਆਰ ਹੋਣਾ, ਇਹ ਆਪਾਂ ਨੇ ਵਿਚਾਰ ਕੀਤਾ ਸੀ। ਦੂਸਰੇ ਸ਼ਬਦ ਦੇ ਵਿੱਚ ਜਦੋਂ ਇਸ ਤਨ ਨੂੰ ਜਲਾ ਦਿੱਤਾ ਜਾਂਦਾ ਹੈ ਤਾਂ ਕਰਮ ਦਲ, ਕੀੜਿਆਂ ਦਾ ਦਲ ਇਹਨੂੰ ਖਾ ਜਾਂਦਾ ਹੈ। ਖਾਣ ਵਾਸਤੇ ਤਿਆਰ ਮਿੱਟੀ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਮਨੁੱਖ ਪ੍ਰਾਣੀ ਸਾਰੀ ਜੀਵਨ ਧਨ ਜੋੜਦਾ ਰਹਿੰਦਾ ਹੈ ਮਧੂ ਮੱਖੀ ਦੀ ਤਰ੍ਹਾਂ, ਪਰ ਪਰਮਾਤਮਾ ਨੂੰ ਮਿਲਣ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਤਰੀਕੇ ਉਸਦਾ ਜੀਵਨ ਸਫਰ
ਅਜਾਈਂ ਚਲਿਆ ਜਾਂਦਾ ਹੈ, ਜਮਾਂ ਦਾ ਬੰਦਾ ਗਲ ਵਿੱਚ ਪੈ ਜਾਂਦਾ ਹੈ। ਅੱਜ 654 ਅੰਗ ਦੇ ਉੱਤੇ ਜੋ ਆਪਾਂ ਨੇ ਇਹ ਬਚਨ ਕਬੀਰ ਸਾਹਿਬ ਜੀਆਂ ਦਾ ਸਰਵਣ ਕੀਤਾ ਹੈ, ਇਹ ਆਪਾਂ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਵੇਦ ਪੁਰਾਨ ਸਭੈ ਮਤ ਸੁਣ ਕੈ, ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਗ ਸਿਆਣੇ, ਉਠ ਪੰਡਤ ਪੈ ਚਲੇ ਨਿਰਾਸਾ। ਵੇਦ ਪੁਰਾਣ ਆਦਿਕ ਧਾਰਮਿਕ ਪੁਸਤਕਾਂ ਦੇ ਮਤ ਪੜ੍ਹ ਕੇ ਮਨੁੱਖ ਜੀਵਨ ਦੇ ਵਿੱਚ ਕਰਮ ਕਾਂਡ ਦੀ ਆਸਾ ਕਰਨੀ ਸਿੱਖ ਲਿਆ, ਪਤਾ ਚੱਲ ਗਿਆ। ਕਰਮਾਂ ਦੇ ਉੱਤੇ ਨਿਬੇੜਾ ਹੋਣਾ ਜੀਵਨ ਸਫਰ ਦਾ ਉਦੇਸ਼ ਮੰਨ ਕੇ ਜਿਗਿਆਸੂ ਲੋਕ ਇੱਥੇ ਹੀ ਅੜਕੇ ਰਹੇ। ਜਿਸ ਤਰ੍ਹਾਂ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਰ। ਨਾਨਕ ਹਰੀ ਗੁਣ ਗਾਇ ਲੈ, ਛਾੜ ਸਗਲ ਜੰਜਾਲ। ਸਾਰੇ ਲੋਕਾਂ ਨੇ ਜੋ ਜਨਮੇ ਨੇ, ਮੌਤ ਸਭ ਨੂੰ ਆਣੀ ਹੈ। ਇਸੇ ਤਰੀਕੇ ਜੋ ਪੰਡਤ ਲੋਕਾਂ ਨੂੰ ਲੋਕਾਈ ਨੂੰ ਵੇਦਾਂ ਦਾ ਉਪਦੇਸ਼ ਪੜ੍ਹ ਕੇ ਸੁਣਾਉਂਦੇ ਰਹੇ, ਆਪ ਉੱਚ ਕੁੱਲ ਦੇ ਕਹਾਉਂਦੇ ਰਹੇ, ਉਹ ਪੰਡਤ ਵੀ ਹੱਥ ਝਾੜ ਕੇ ਅੰਤ ਸਮੇਂ ਨੂੰ ਰਾਮ ਦੇ ਨਾਮ ਤੋਂ ਬਿਨਾਂ ਕਰਮ ਕਾਂਡਾਂ ਦੇ ਵਿੱਚ ਉਲਝੇ ਹੋਏ ਇਸ ਸੰਸਾਰ ਤੋਂ ਖਾਲੀ ਹੱਥ ਹੀ ਚਲੇ ਗਏ। ਪਰਮਾਤਮਾ ਤੋਂ ਮਿਲਣ ਤੋਂ ਬੇਆਸ ਰਹੇ, ਨਿਰਾਸੇ ਰਹੇ, ਖਾਲੀ ਰਹੇ। ਮਨ ਰੇ ਸਰਿਓ ਨ ਇਕ ਕਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲੋ ਸਾਧ ਸੰਗਤ ਭਜੋ ਕੇਵਲ ਨਾਮ। ਜੀਵਨ ਸਫਰ ਦਾ ਇਹ ਉਦੇਸ਼ ਹੈ ਵੀ ਤੈਨੂੰ ਮਨੁੱਖਾ ਜਨਮ 84 ਲੱਖ ਜੂਨ ਦਾ ਸਰਤਾਜ ਪਰਮਾਤਮਾ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ ਹੈ। ਹੇ ਮੇਰੇ ਮਨਾ, ਤੈਨੂੰ ਇਹਨਾਂ ਪੰਡਤਾਂ ਦੇ ਮਗਰ ਲੱਗ ਕੇ ਕਰਮ ਕਾਂਡ ਦੇ ਫਲਸਫੇ ਦੇ ਰਾਹੀਂ ਪਰਮਾਤਮਾ ਮਿਲਣ ਵਾਲਾ ਨਹੀਂ ਹੈ। ਤੇਰਾ ਇੱਕੋ ਉਦੇਸ਼ ਜੋ ਜੀਵਨ ਦਾ ਉਦੇਸ਼ ਹੈ, ਭਗਤੀ ਕਰਨਾ, ਉਹ ਉਦੇਸ਼ ਪੂਰਾ ਨਹੀਂ ਹੋਇਆ। ਇੱਕੋ ਉਦੇਸ਼ ਤੇਰਾ ਵਾਂਝਾ ਰਹਿ ਗਿਆ, ਸੱਖਣਾ ਰਹਿ ਗਿਆ ਤੂੰ ਇਸ ਗੱਲ ਤੋਂ। ਭਜਿਓ ਨ ਰਘੁਪਤ ਰਾਜਾ, ਉਸ ਪ੍ਰਕਾਸ਼ਵਾਨ ਪ੍ਰਭੂ ਨੂੰ ਮਿਲਣ ਤੋਂ, ਜੀਵਨ ਸਫਰ ਵਿੱਚ ਉਸ ਦਾ ਦਰਸ਼ਨ ਕਰਨ ਤੋਂ ਸਫਰ ਅਜਾਈਂ ਚਲਿਆ ਗਿਆ। ਇਹ ਕੰਮ ਜੋ ਤੂੰ ਕਰਨ ਆਇਆ ਸੀ, ਨਹੀਂ ਕਰ ਪਾਇਆ। ਰਹਾਉ ਵਣ ਖੰਡ ਜਾਏ, ਜੋਗ ਤਪ ਕੀਨੋ, ਕੰਦ ਮੂਲ ਚੁਨੇ ਖਾਇਆ। ਜਦੋਂ ਮਨੁੱਖ ਨੂੰ ਥੋੜਾ ਜਿਹਾ ਤਪੱਸਿਆ ਕਰਨ ਦਾ ਉਤਸ਼ਾਹ ਮਿਲਦਾ ਹੈ ਅੰਦਰੋਂ, ਤਾਂ ਫਿਰ ਉਹ ਜੰਗਲਾਂ ਨੂੰ ਤੁਰ ਪੈਂਦਾ ਹੈ। ਉੱਥੇ ਕੁਛ ਨਾ ਕੁਛ ਉਪਲਬਧ ਖਾਣ ਵਾਲੀਆਂ ਵਸਤੂਆਂ, ਗਾਜਰ ਮੂਲੀਆਂ ਆਦਿਕ ਸਮਝ ਲਓ, ਐਸਾ ਖਾਣਾ ਖਾ ਕੇ ਹੀ ਗੁਜ਼ਾਰਾ ਕੀਤਾ, ਪਰ ਪਰਮਾਤਮਾ ਨਹੀਂ ਮਿਲ ਸਕਿਆ। ਜੋਗੀ ਲੋਕਾਂ ਨੂੰ ਸਿੱਧ ਗੋਸ਼ਟੀ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਲੇਠੇ ਸਤਿਗੁਰਾਂ ਨੇ ਇਹੀ ਸਮਝਾਇਆ ਵੀ ਪਹਿਲਾਂ ਤਾਂ ਤੁਸੀਂ ਜੰਗਲ ਚਲੇ ਜਾਂਦੇ ਹੋ,
ਫਿਰ ਗ੍ਰਸਤੀਆਂ ਦੇ ਘਰ ਆ ਕੇ ਆਟਾ ਦਾਣਾ ਮੰਗ ਕੇ ਖਾਂਦੇ ਹੋ, ਉਪਰੰਤ ਉਹਨਾਂ ਤੇ ਰਿੱਧੀਆਂ ਸਿੱਧੀਆਂ ਵੀ ਝਾੜਦੇ ਹੋ, ਉਹਨਾਂ ਨੂੰ ਬਸ ਕਰਕੇ ਕੋਝੇ ਢੰਗ ਵੀ ਵਰਤਦੇ ਹੋ, ਜੋ ਇਹਨਾਂ ਨੇ ਸਿੱਧ ਗੋਸ਼ਟੀ ਵਿੱਚ ਗੁਰੂ ਸਾਹਿਬ ਨੇ ਮਨਾ ਕੀਤਾ ਸੀ। ਸੋ ਐਸੇ ਕਰਮ ਕਰਨੇ ਗ੍ਰਸਤੀ ਜੀਵਨ ਦੇ ਰਾਹ ਵਿੱਚ ਰੋੜਾ ਨੇ। ਅੱਜ ਕੱਲ੍ਹ ਤੋਂ ਕਿਤੇ ਜੰਗਲ ਵੀ ਨੇੜੇ ਨਹੀਂ ਜਿੱਥੇ ਅਸੀਂ ਚਲੇ ਜਾਈਏ। ਸੋ ਨਾਦੀ ਬੇਦੀ ਸ਼ਬਦੀ ਮੋਨੀ ਜਮ ਕਾ ਪਟਾ ਲਖਾਇਆ। ਨਾਦੀ ਬੇਦੀ ਜੋਗੀ ਕਰਮੀ ਕਾਂਡੀ ਅਲਖ ਜਗਾਉਣ ਵਾਲੇ ਪਖੰਡੀ ਲੋਕ ਜਮ ਦੇ ਫੰਜੇ ਵਿੱਚ ਫਸੇ ਹੋਏ ਨੇ। ਉਹਨਾਂ ਦੇ ਲੇਖ ਵੀ ਤੁਰਦੇ ਲਿਖੇ ਹੋਏ ਲੇਖਾਂ ਦੇ ਵਿੱਚੋਂ ਨੇ, ਔਰ ਉਹਨਾਂ ਨੇ ਵੀ ਜਮ ਦੇ ਦੁਆਰੇ ਹੀ ਜਾਣਾ ਹੈ। ਪਰਮਾਤਮਾ ਦੇ ਦਰ ਦੀ ਕੋਈ ਸੋਝੀ ਨਹੀਂ ਪਾ ਸਕਣੀ। ਭਾਵੇਂ ਉੱਚ ਕਾਲ ਦੇ ਨਾਤੀ ਬੇਦੀ ਨੇ ਸ਼ਬਦ ਨਹੀਂ ਬੋਲਦੇ, ਮੌਨ ਧਾਰਿਆ ਹੋਇਆ ਹੈ। ਇਹ ਲੋਕ ਜਮ ਦੇ ਪੰਜੇ ਵਿੱਚ ਫਸੇ ਹੋਏ। ਭਗਤ ਨਾਰ ਦੀ ਹਿਰਦੈ ਨ ਆਈ, ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ ਦਾ ਕੋਈ ਬਲ ਨਹੀਂ ਹੋਇਆ। ਪ੍ਰੇਮਾ ਭਗਤੀ ਨਾਰ ਦੀ ਭਗਤੀ ਨੂੰ ਕਹਿੰਦੇ ਨੇ। ਪ੍ਰੇਮਾ ਭਗਤੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਆਪਣੇ ਤੋਂ ਪਹਿਲਾਂ ਆਏ 10 ਅਵਤਾਰਾਂ ਦਾ ਫਲਸਫਾ ਚੇਂਜ ਕਰਕੇ ਪ੍ਰੇਮਾ ਭਗਤੀ ਦੱਸੀ। ਸਾਚ ਕਹੂੰ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਗਤ ਨਾਰ ਦੀ ਹਿਰਦੈ ਨ ਆਈ, ਕਾਛ ਕੂਚ ਤਨ ਦੀਨਾ। ਸਰੀਰ ਦੇ ਬਹੁਤ ਪ੍ਰਕਾਰ ਦੇ ਸ਼ਿੰਗਾਰ ਕਰਕੇ ਆਪਣੀ ਤਰ੍ਹਾਂ ਛਿੱਲ ਘੜ ਕੇ ਅਸੀਂ ਸੁੰਦਰ ਨਹੀਂ ਹੋ ਸਕਦੇ, ਔਰ ਸਗੋਂ ਮਨ ਨੂੰ ਇਹਦੇ ਨਾਲ ਜੋੜ ਕੇ ਵਿਕਾਰਾਂ ਵਿੱਚ ਲੈ ਜਾਣ ਵਾਲੇ ਨੇ। ਪਰਮਾਤਮਾ ਤੋਂ ਦੂਰ ਕਰਨ ਦਾ ਪ੍ਰੋਸੈਸ ਹੈ। ਆਪਣੇ ਤਨ ਨੂੰ ਛਿੱਲ ਕੱਢ ਦੇਣਾ, ਵਾਲ ਕੱਟ ਲੈਣੇ, ਆਪਣੇ ਆਪ ਨੂੰ ਸੁੰਦਰ ਸਮਝਣਾ ਅੱਜ ਕੱਲ੍ਹ ਤੋਂ ਇਹ ਆਮ ਹੀ ਹੋ ਗਿਆ। ਸਾਰੇ ਹੀ ਸਿੱਖਾਂ ਦੇ ਬੱਚੇ ਐਸਾ ਕਰੀ ਫਿਰਦੇ ਨੇ। ਪਰਮਾਤਮਾ ਸਤਿਗੁਰੂ ਸਮਤ ਬਖਸ਼ਣ ਦਾਸ ਦੀ ਇਹ ਅਰਦਾਸ ਹੈ। ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਹਿ ਕਿਆ ਲੀਨਾ। ਇਸ ਤਰ੍ਹਾਂ ਦੇ ਸ਼ਿੰਗਾਰ ਕਰਕੇ, ਇਸ ਤਰ੍ਹਾਂ ਦੇ ਪ੍ਰੋਸੈਸ ਵਿੱਚ ਗਲਤਾਨ ਰਹਿ ਕੇ, ਮਸਤ ਰਹਿ ਕੇ, ਆਪਣੇ ਮਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਤੋਂ ਦੂਰ ਕਰਕੇ, ਪਾਖੰਡ ਕਰਕੇ ਬੈਠੇ ਰਹਿਣਾ। ਭਾਵ ਸ਼ਬਦ ਗੁਰੂ ਦੇ ਉਪਦੇਸ਼ ਤੋਂ ਵਾਂਝੇ ਰਹਿ ਕੇ ਅਲੱਗ ਤਰ੍ਹਾਂ ਦਾ ਜੀਵਨ ਧਾਰਨ ਕਰ ਲੈਣਾ। ਪਰਮਾਤਮਾ ਤੋਂ ਦੂਰ ਲੈ ਜਾਂਦਾ ਹੈ। ਹਰੀ ਰੂਪੀ ਪਰਮਾਤਮਾ ਸ਼ਬਦ ਜੋਤ ਪ੍ਰਕਾਸ਼ ਨਾਲ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਰਹਿ ਜਾਂਦਾ, ਕੋਈ ਉਹਨਾਂ ਦਾ ਜੋੜ ਨਹੀਂ ਜੁੜਦਾ। ਪਰਿਓ ਕਾਲ ਸਭੈ ਜਗ ਉਪਰੇ, ਮਾਹੇ ਲਿਖੇ ਪਰਮ ਗਿਆਨੀ। ਕਾਲ ਦਾ ਪੰਜਾ ਸਭ ਦੇ ਉੱਤੇ ਹੈ। ਆਪਣੀ ਆਪਣੀ ਲਿਖਤ ਔਰ ਸਮੇਂ ਦੇ ਅਨੁਸਾਰ ਸਾਨੂੰ ਮੌਤ ਨੇ ਆ ਦਬੋਚਣਾ ਹੈ। ਇਹ ਕਾਲ ਦੇ ਵਿੱਚ ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਅੱਜ ਦੀ ਭਾਸ਼ਾ ਦੇ ਵਿੱਚ ਵੱਡਾ ਲੀਡਰ ਹੈ, ਚਾਹੇ ਗਰੀਬ ਅਮੀਰ ਹੈ, ਕੰਗਾਲ ਹੈ, ਸਰੀਰ ਨੂੰ ਮੌਤ ਅਵਸ਼ ਆਉਣੀ ਹੈ। ਸਭ ਦੇ ਉੱਪਰ ਇਹ ਲੇਖ ਮਸਤਕ ਦੇ ਕਰਤੇ ਨੇ ਲਿਖ ਕੇ ਭੇਜੇ ਨੇ। ਸਮੇਂ ਅਨੁਸਾਰ ਸਭ ਨੇ ਇੱਥੋਂ ਤੁਰ ਜਾਣਾ ਹੈ।
ਕਹੋ ਕਬੀਰ ਜਨ ਭਏ ਖਾਲਸ। ਕਬੀਰ ਸਾਹਿਬ ਸਤਿਕਾਰਯੋਗ ਸ਼੍ਰੋਮਣੀ ਭਗਤ ਇਸ ਗੱਲ ਦਾ ਨਿਰਣਾ ਕਰਦੇ ਨੇ, ਜਦੋਂ ਅਸੀਂ ਪਵਿੱਤਰ ਹੋ ਗਏ, ਸ਼ਬਦ ਜੋਤ ਪ੍ਰਕਾਸ਼ ਵਿੱਚ ਰਲ ਗਏ, ਅਸੀਂ ਖਾਲਸੇ ਹੋ ਗਏ, ਚਿੱਤ ਸ਼ਬਦ ਵਿੱਚ ਰਲ ਗਿਆ, ਮਿਲ ਗਿਆ, ਉਸ ਸ਼ਬਦ ਜੋਤ ਪ੍ਰਕਾਸ਼ ਨੂੰ ਜਾਣ ਲਿਆ, ਪ੍ਰੇਮ ਭਗਤੀ ਦੇ ਵਿੱਚ ਅੱਗੇ ਸਿੱਧੀਆਂ ਧਾਰਨਾ ਵਾਲੇ ਸਿੱਧੀਆਂ ਧਾਰਨਾ ਪੜ੍ਹ ਕੇ ਲੋਕਾਂ ਨੂੰ ਸਮਝਾਉਣ ਵਾਲੇ ਲੋਕ, ਮਹਾਨ ਪੁਰਖ ਇਹ ਸ਼ਬਦ ਪੜ੍ਹਦੇ ਸੀ। ਰੱਬ ਬਸ ਭਗਤਾਂ ਨੇ ਕੀਤਾ, ਪਾਕੇ ਜੀ ਪ੍ਰੇਮ ਡੋਰੀਆਂ। ਸਾਚ ਕਹੂੰ ਸੁਨ लेहो सभै, जिन प्रेम कियो तिन ही प्रभ पायो। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼। ਕਲਯੁਗ ਤੇ ਰਹਿਬਰ ਨਾਮ ਕੇ ਜਹਾਜ, ਦੀਨ ਦੁਨੀ ਕੇ ਬਾਲੀ, ਹੱਥ ਪੱਤ ਸਹਾਇਕ। ਸ੍ਰੀ ਗੁਰੂ ਗ੍ਰੰਥ ਸਾਹਿਬ ਅਜੋਕੇ ਪਹਿਰੇਦਾਰ, ਸਮੇਂ ਦੇ ਪਹਿਰੇਦਾਰ, ਮਾਲਕ ਜਗਤ ਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਕਰਨਾ, ਬਾਣੀ ਦੇ ਮਾਧਿਅਮ ਰਾਹੀਂ ਮਹਾਨ ਪੁਰਖ ਬ੍ਰਹਮ ਗਿਆਨੀ ਸੰਤਾਂ ਮਹਾਤਮਾ ਪਾਸੋਂ ਗਿਆਨ ਲੈ ਕੇ ਜਿਸ ਬਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰੇ ਪਾਇਆ। ਤਜ ਅਭਿਮਾਨ ਲੇਹੋ ਮਾਨਨ ਮੋਲ, RAM ਨਾਮ ਹਿਰਦੈ ਮੈਂ ਤੋਲ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸੋ ਆਪਾਂ ਸਾਰੇ ਜਾਣੇ ਰਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪੱਲਾ ਪਕੜ ਕੇ, ਬਾਣੀ ਸਤਿਗੁਰੂ ਨੂੰ ਜਾਣ ਕੇ, ਬੁੱਝ ਕੇ, ਰਲ ਕੇ ਆਪਣਾ ਜੀਵਨ ਆਪਣਾ ਸਫਲ ਕਰਨ ਦਾ ਯਤਨ ਕਰੀਏ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।